2014 ਦੇ ਵਿੱਚ ਸੂਫੀ ਗਾਇਕ ਜੋਤੀ ਨੂਰਾ ਆਪਣੇ ਪਰਿਵਾਰ ਨੂੰ ਨਿਰਾਸ਼ ਕਰਕੇ ਕੁਨਾਲ ਪਾਸੀ ਦੇ ਨਾਲ ਲਵ ਮੈਰਿਜ ਕਰਵਾਉਂਦੀ ਆ ਔਰ ਹੁਣ ਜਿਹੜੀ ਹੈ ਜੋਤੀ ਨੂਰਾ ਖੁਦ ਨਿਰਾਸ਼ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਜੋਤੀ ਨੂਰਾ ਨਾਲ। ਜੋਤੀ ਜੀ, 2014 ਦੇ ਵਿੱਚ ਤੁਸੀਂ ਆਪਣੇ ਪਰਿਵਾਰ ਨੂੰ ਨਿਰਾਸ਼ ਕਰਦੇ ਹੋ, ਲਵ ਮੈਰਿਜ ਕਰਵਾਉਂਦੇ ਹੋ, ਹੁਣ ਤੁਸੀਂ ਖੁਦ ਨਾਰਾਜ਼ ਹੁੰਦੇ ਹੋਏ ਦਿਖਾਈ ਦੇ ਰਹੇ ਹੋ। ਹਾਂਜੀ। ਕੀ ਕਾਰਨ ਕੀ ਹੈ? ਕਾਰਨ ਬਸ ਇਹੀ ਹੈ ਕਿ ਮੈਂ ਬੜਾ ਦੁੱਖ ਝੱਲਿਆ ਤੇ ਮੈਂ ਤਾਂ ਖੁਦ ਸੋਚਦੀ ਕਿ ਮੈਂ ਆਪਣੇ ਰੱਬ ਵਰਗੇ ਮਾਪਿਓ ਨੂੰ ਇਸ ਚੀਜ਼ ਲਈ ਬੜਾ ਇੱਕ ਮੁਸ਼ਕਲ ਮਨਾਇਆ ਸੀ ਜਾਂ ਕੁਝ ਵੀ ਆ, ਤੇ ਉਹਨਾਂ ਨੂੰ ਬੜਾ ਇਸ ਚੀਜ਼ ਦਾ ਦੁੱਖ ਦਿੱਤਾ। ਮੈਂ ਸਾਰਾ ਕੁਝ ਛੱਡਿਆ ਮੈਂ ਇਸ ਇਨਸਾਨ ਲਈ, ਤੇ ਮੈਂ ਆਪਣਾ ਨਾਮ ਨਹੀਂ ਦੇਖਿਆ, ਕੋਈ ਚੀਜ਼ ਨਹੀਂ ਦੇਖੀ, ਮੈਂ ਸਾਰਾ ਕੁਝ ਛੱਡ ਕੇ ਮੈਂ ਇਹਦੇ ਕੋਲ ਆਈ। ਤੇ ਪਰ ਇਸ ਇਨਸਾਨ ਨੇ ਨਾ ਭਾਜੀ ਮੇਰੀ ਕਦਰ ਨਹੀਂ ਪਾਈ। ਜਿਹੜੀ ਮੇਨ ਗੱਲ ਇਹ ਹੈ, ਜਿਹੜੇ ਸਰੋਤੇ ਤੁਹਾਨੂੰ ਦਿਲੋਂ ਪਿਆਰ ਕਰਦੇ ਆ ਉਹ ਇਹ ਜਾਣਨਾ ਚਾਹੁੰਦੇ ਆ ਕਿ ਐਸੀ ਕਿਹੜੀ ਗੱਲ ਹੋ ਗਈ ਕਿ ਜੋਤੀ ਨੂਰਾ ਨੇ ਹੁਣ ਆਪਣੇ ਹਸਬੈਂਡ ਨੂੰ ਤਲਾਕ ਦੇਣ ਦੀ ਗੱਲ ਆਖ ਦਿੱਤੀ? ਭਾਜੀ ਕੁਝ ਮੈਂਟਲੀ ਟੌਰਚਰ ਬਹੁਤ ਕਰਦੇ ਆਏ ਮੈਨੂੰ ਸ਼ੁਰੂ ਤੋਂ। ਬਸ ਇੱਕ ਕੰਮ 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 ਬਸ, ਹੋਰ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ। ਕੋਈ ਕੰਮ ਵੀ ਹੋਣਾ ਤਾਂ ਮੈਂ ਜਦੋਂ ਕੋਈ ਗੱਲ ਕਰਨੀ ਆ ਉਸ ਗੱਲ ਤੇ ਗੱਲ ਨਹੀਂ ਕਰਨੀ। ਜੇ ਮੇਰੇ ਕੋਲ ਬੈਠ ਜਾਣਾ ਜਾਂ ਕੁਝ ਵੀ ਆ ਤਾਂ ਮੈਨੂੰ ਫੋਨ ਤੇ ਗਾਣਾ ਸੁਣਾ ਦੇਣਾ, ਮੈਨੂੰ ਕੋਈ ਰਿਕਾਰਡਿੰਗ ਸੁਣਾ ਦੇਣੀ ਜਾਂ ਗਾਣਾ ਕਰ ਲਓ। ਫਿਰ ਜੇ ਕਿਸੇ ਦਾ ਫੋਨ ਆਣਾ ਤਾਂ ਮੈਨੂੰ ਬੋਲੀ ਜਾਣਾ, ਕਹਿਣਾ ਮੈਂ ਤੁਹਾਡੇ ਮੂਡ ਦੇ ਮੁਤਾਬਕ ਚੱਲਦਾ, ਵੀ ਤੁਹਾਡਾ ਮੂਡ ਨਹੀਂ ਸੈੱਟ ਹੁੰਦਾ, ਵੀ ਅਗਲੇ ਮੈਨੂੰ ਬੋਲਦੇ ਆ। ਪਰ ਉਸ ਮੂਡ ਦਾ ਵੀ ਭਾਜੀ ਕੋਈ ਕਾਰਨ ਹੁੰਦਾ। ਜੇ ਮੈਂ ਹਾਈਪਰ ਹੁੰਨੀ ਸੀ ਤੇ ਉਸ ਹਾਈਪਰਨੈਸ ਦਾ ਕੋਈ ਕਾਰਨ ਸੀ। ਜਦੋਂ ਤੁਸੀਂ ਮੇਰੇ ਕੋਲ ਨਹੀਂ ਰਹਿਣਾ ਜਾਂ ਕੋਈ ਦੁੱਖ ਦੇ ਸੁੱਖ ਦੇ ਨਾਲ ਨਹੀਂ ਖੜਨਾ ਤਾਂ ਫਿਰ ਬੰਦਾ ਹਾਈਪਰ ਤਾਂ ਹੋਊਗਾ ਨਾ, ਓਬਵੀਅਸਲੀ ਭਾਜੀ। ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਸ਼ੋਅ ਲੱਗਦੇ ਸੀਗੇ, ਸ਼ੋਅ ਤੋਂ ਪਹਿਲਾਂ ਸ਼ੋਅ ਤੋਂ ਬਾਅਦ ਜਿੱਦਾਂ ਬਦਨਾਮੀ ਹੁੰਦੀ ਸੀ ਉਹ ਸਾਨੂੰ ਪਤਾ। ਕਿੱਦਾਂ ਮਤਲਬ? ਜਿੱਦਾਂ ਸ਼ੋਅ ਦੇ ਖਤਮ ਹੋਣ ਤੋਂ ਪਹਿਲਾਂ ਜਾਂ ਸ਼ੋਅ ਤੋਂ ਬਾਅਦ ਜੋ ਲੋਕ ਗੱਲਾਂ ਬਾਤਾਂ ਕਰਦੇ ਉਹ ਸਾਨੂੰ ਪਤਾ, ਮੈਨੂੰ ਪਤਾ ਕਿੱਦਾਂ ਲੋਕਾਂ ਨੂੰ ਮੈਂ ਕਨਵਿੰਸ ਕਰਦਾ ਸੀ। ਸਹੀ ਆ, ਅਸੀਂ ਤਾਂ ਸ਼ੋਆਂ ਤੇ ਪਤਾ ਨਹੀਂ ਕੀ ਕਰਦੇ ਹੁੰਦੇ ਸੀਗੇ ਸਟੇਜਾਂ ਤੇ। ਬਹੁਤ ਸੋਹਣੀ ਗੱਲ ਆ, ਮੈਂ ਸਹੀ ਆ। ਉਹ ਪਤਾ ਨਹੀਂ ਇੱਕ ਅੱਧਾ ਜਾਣਾ ਕੋਈ ਕਹਿੰਦਾ ਹੋਊਗਾ ਵੀ ਇਹ ਸਟੇਜ ਤੇ ਗਾਉਂਦੇ ਹੀ ਕਿਉਂ ਆ। ਆਹ ਗੱਲ ਤਾਂ ਕਿਸੇ ਨੇ ਕਹਿ ਦਿੱਤੀ ਹੋਣੀ ਵੀ ਇੰਨੀ ਮਿਹਨਤ ਕਿਉਂ ਕਰਦੇ, ਵੀ ਖਾਈ ਤਾਂ ਸਾਰੇ ਜਾਂਦੇ ਆ, ਵੀ ਇੰਨੀ ਮਿਹਨਤ ਕਿਉਂ ਕਰਦੇ ਇਹਨਾਂ ਨੂੰ ਸਟੇਜ ਤੋਂ ਯਾਰ ਉਤਰੋ, ਤਾਰੋ ਥੱਲੇ, ਸਾਡੇ ਕੋਲੋਂ ਨਹੀਂ ਦੇਖ ਹੁੰਦਾ। ਆਹ ਗੱਲਾਂ ਦੀ ਹੁੰਦੀ ਹੋਣੀ ਬੇਇੱਜ਼ਤੀ। 2014 ਤੋਂ ਲੈ ਕੇ 2022 ਤੱਕ ਜੋਤੀ ਨੂਰਾ ਕਿਉਂ ਚੁੱਪ ਬੈਠੀ ਰਹੀ ਹੈ? ਕਿਉਂਕਿ ਥਾਣੇ ਵੀ ਗਏ ਤੁਸੀਂ, ਤੁਹਾਡੇ ਨਾਲ ਮਾਰਕੁੱਟ ਵੀ ਹੋਈ ਔਰ ਕਈ ਵਾਰ ਤੁਸੀਂ ਕਿਹਾ, ਆਰੋਪ ਲਗਾਇਆ ਮੇਰੇ ਨਾਲ ਕਈ ਵਾਰੀ ਮਾਰਕੁੱਟ ਹੋਈ। ਹਾਲੇ ਤੱਕ ਤੁਸੀਂ ਪੁਲਿਸ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ ਸੀਗੀ, ਨਾ ਹੀ ਕੋਈ ਆਪਣੀ MLR ਕਟਵਾਈ ਸੀ। ਬਸ ਭਾਜੀ ਉੱਦਾਂ ਹੀ ਮੈਂ ਬਰਦਾਸ਼ਤ ਕਰਦੀ ਆਈ, ਕਿਉਂਕਿ ਜਿਹੜਾ ਇਨਸਾਨ ਰੱਬ ਨੂੰ ਮੰਨਦਾ ਨਾ ਉਹ ਬਰਦਾਸ਼ਤ ਕਰ ਲੈਂਦਾ, ਵੱਡੇ ਵੱਡੇ ਦੁੱਖ ਵੀ ਬਰਦਾਸ਼ਤ ਕਰ ਲੈਂਦਾ, ਠੀਕ ਆ। ਪਰ ਇਹ ਚੀਜ਼ਾਂ ਨਾ ਮੈਂ ਬਰਦਾਸ਼ਤ ਦੀ ਇੱਕ ਹੱਦ ਹੋ ਚੁੱਕੀ ਸੀ। ਮਤਲਬ ਮੈਨੂੰ ਸਮਝਿਆ ਨਹੀਂ ਭਾਜੀ, ਮੈਂ ਸਿੱਧੀ ਜਿਹੜੀ ਗੱਲ ਦੱਸਾਂ। ਮੈਂ ਜਿੱਦਾਂ ਸਮਝਾਉਣ ਦੀ ਕੋਸ਼ਿਸ਼ ਬੜੀ ਕੀਤੀ ਕਿ ਨਹੀਂ, ਪਰ ਉਸ ਚੀਜ਼ ਦਾ ਮੈਨੂੰ ਕਦੀ ਦਿਸਿਆ ਹੀ ਨਹੀਂ ਕਿ ਮੈਨੂੰ ਬੰਦਾ ਇਹ ਸਮਝ ਰਿਹਾ ਜਾਂ ਕੁਝ ਵੀ ਹੈ। ਫਿਰ ਮੈਂ ਸੋਚਿਆ ਕਿ ਨਹੀਂ, ਮੈਂ ਨਹੀਂ ਰਹਿ ਸਕਦੀ। ਤੁਸੀਂ ਇਹ ਕਿਹਾ ਕਿ ਮੈਨੂੰ ਟੌਰਚਰ ਕੀਤਾ ਜਾਂਦਾ ਸੀ, ਮਾਰਕੁੱਟ ਕੀਤੀ ਜਾਂਦੀ। ਟੌਰਚਰ ਕਿੱਦਾਂ ਕੀਤਾ ਜਾਂਦਾ, ਕਿਸ ਚੀਜ਼ ਨੂੰ ਲੈ ਕੇ ਟੌਰਚਰ ਹੁੰਦਾ ਸੀ? ਭਾਜੀ ਸੀਰੀਅਸ ਮੈਟਰ ਤੇ ਕੋਈ ਦੁੱਖ ਦੀ ਸੁੱਖ ਦੀ ਕਰਨੀ, ਉਸ ਗੱਲ ਨੂੰ ਗੱਲ ਨਹੀਂ ਆਣੀ ਕੋਈ। ਤੇ ਜੇ ਮੈਂ ਕੋਈ ਗੱਲ ਨੋਰਮਲ ਕਰਨੀ, ਉਹ ਗੱਲ ਤੇ ਜਵਾਬ ਨਹੀਂ ਦੇਣਾ। ਬਸ ਆਪਣੇ ਕੰਮ ਨੂੰ ਲੈ ਕੇ ਕਰੀ ਜਾਣਾ, ਆ ਫਲਾਨਾ ਗਾਣਾ ਆਇਆ, ਆ ਫਲਾਨਾ ਸ਼ੋਅ ਆ ਇੱਦਾਂ। ਤੇ ਕਈ ਵਾਰੀ ਭਾਜੀ ਮੈਨੂੰ ਸ਼ੋਅ ਦਾ ਵੀ ਨਹੀਂ ਪਤਾ ਹੁੰਦਾ ਸੀ ਕਦੋਂ ਦਾ ਸ਼ੋਅ ਆ ਕਦੋਂ ਦਾ ਨਹੀਂ। ਤਾਂ ਮੈਨੂੰ ਐਟ ਏ ਟਾਈਮ ਫੋਨ ਆ ਜਾਣਾ ਵੀ ਅੱਜ ਦਾ ਸ਼ੋਅ ਆ, ਤੁਸੀਂ ਤਿਆਰ ਹੋ ਜਿਓ, ਆਪਾਂ ਸ਼ੋਅ 'ਤੇ ਜਾਣਾ। ਤੁਸੀਂ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ 'ਚ ਤੁਸੀਂ ਆਰੋਪ ਲਗਾਇਆ ਸੀ ਜਿਹੜੇ ਸ਼ੋਅ ਹੁੰਦੇ ਸੀ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਸੀ, ਮਗਰ ਉਹ ਕਹਿੰਦੇ ਮੈਂ ਮੈਨੇਜਰ ਸੀ, ਮੈਨੂੰ ਪਤਾ ਹੁੰਦਾ ਸੀ ਸ਼ੋਅ ਕਿੱਥੇ ਹੁੰਦੇ ਸੀ। ਮੈਂ ਖੁਦ ਜਾ ਕੇ ਇਹ ਆਪਣੀ ਪਤਨੀ ਨੂੰ ਜੋਤੀ ਨੂੰ ਕਹਿ ਦਿੰਦਾ ਸੀ, ਬਾਬਾ ਜੀ ਤਿਆਰ ਹੋ ਜਾਓ, ਸ਼ੋਅ 'ਤੇ ਜਾਣਾ ਜਾਂ ਸੰਗੀਤ ਰਿਕਾਰਡ ਕਰਵਾਉਣ ਜਾਣਾ। ਭਾਜੀ ਉਹ ਥੋੜ੍ਹੀ ਚਿਰ ਦਾ ਹੀ ਸੀਗਾ ਦੱਸਿਆ। ਜਦੋਂ ਮੈਂ ਹੁਣ ਗੱਲ ਨਹੀਂ ਕਹਿਣੀ। ਨਹੀਂ, ਤੁਸੀਂ ਕਹਿੰਦੇ ਮੈਂ ਗੱਲ ਨਹੀਂ ਕਹਿੰਦੀ, ਮਗਰ ਜਿਹੜੇ ਤੁਹਾਡੇ ਸਰੋਤੇ ਹੈਗੇ, ਜਿਹੜੇ ਤੁਹਾਨੂੰ ਪਿਆਰ ਕਰਦੇ, ਉਹ ਤਾਂ ਜਾਣਨਾ ਚਾਹੁੰਦੇ ਆ ਨਾ। ਥੋੜ੍ਹੀ ਦੇਰ ਪਹਿਲਾਂ ਇਹ ਗੱਲਾਂ ਹੁੰਦੀਆਂ ਰਹੀਆਂ, ਹਾਂਜੀ ਸ਼ੋਅ ਆ, ਤੁਸੀਂ ਤਿਆਰ ਹੋ ਜਿਓ। ਪਰ ਭਾਜੀ ਇਹ ਥੋੜ੍ਹੀ ਚਿਰ ਬਾਅਦ ਹੀ ਨਾ ਇਹ ਚੀਜ਼ਾਂ ਬੰਦ ਕਰ ਦਿੱਤੀਆਂ। ਇਸ ਗੱਲ ਨੂੰ ਸਾਲ ਕੁ ਡੇਢ ਕੁ ਸਾਲ ਤਾਂ ਹੋ ਹੀ ਗਿਆ। ਮੈਨੂੰ ਚੀਜ਼ ਦੱਸਣੀ ਬੰਦ ਕਰ ਦਿੱਤੀ ਵੀ ਕਿੱਥੇ ਗਾਣਾ ਕਰਨਾ, ਕਿੱਥੇ ਰਿਕਾਰਡਿੰਗ ਕਰਨੀ। ਬਸ ਮੈਂ ਚੁੱਪ ਕਰਕੇ ਆਪਣੇ ਕੱਪੜੇ ਪਾ ਕੇ ਨੌਕਰਾਂ ਜਿਹਾ ਵਾਂਗੂ ਗੱਡੀ 'ਚ ਬਹਿ ਜਾਣਾ ਤੇ ਮੈਂ ਤੁਰ ਪੈਣਾ। ਪਰ ਆਪਣੇ ਕੰਮ ਨੂੰ ਕਦੀ ਮੈਂ ਲੱਤ ਨਹੀਂ ਮਾਰੀ।
ਜਿਹੜਾ ਇਹ ਕਹਿੰਦੇ ਆ ਨਾ ਕਿ ਸਾਡੀ ਬੇਇੱਜ਼ਤੀ ਹੁੰਦੀ, ਮੈਨੂੰ ਇਹ ਹੀ ਦੱਸ ਦਿਓ ਵੀ ਕਿਹੜੀ ਗੱਲੋਂ ਬੇਇੱਜ਼ਤੀ ਹੁੰਦੀ ਵੀ ਅਸੀਂ ਸਟੇਜ ਤੇ ਜਾ ਕੇ ਦਬਕੇ ਮਾਰਦੇ। ਸਾਡਾ ਇੰਨਾ ਖੂਨ ਪਸੀਨਾ ਇੱਕ ਹੋ ਜਾਂਦਾ, ਕੁੜੀਆਂ ਅਸੀਂ ਇੰਨੀ ਮਿਹਨਤ ਕਰਦੇ ਸਟੇਜ ਤੇ, ਮੈਂ ਗਰਮੀਆਂ ਸਾਫ਼ ਕਰਦੀ ਸਟੇਜ ਤੇ, ਫਿਰ ਵੀ ਇੰਨੀ ਜਾਨ ਲਾ ਦੇਈਦੀ ਸਟੇਜ ਤੇ, ਕਾਹਦੀ ਬੇਇੱਜ਼ਤੀ ਹੁੰਦੀ ਬਾਈ। ਉਹਨਾਂ ਨੇ ਇਹ ਕਿਹਾ ਕਿ ਸ਼ੋਅ ਦੇ ਦੌਰਾਨ ਜਿਹੜੇ ਲੋਕ ਪੈਸੇ ਸਿੱਟਦੇ ਸੀ ਉਹ ਜਦੋਂ ਮੈਂ ਚੱਕਦਾ ਸੀ ਨੂਰਾ ਸਿਸਟਰ ਨੂੰ ਉਦੋਂ ਦਿਖਾਈ ਨਹੀਂ ਦਿੱਤਾ ਸੀ। ਗੱਲ ਪੈਸੇ ਦੀ ਨਹੀਂ ਹੁੰਦੀ ਭਾਜੀ। ਹੁਣ ਦੇਖੋ ਮੇਰੀ ਗੱਲ ਸੁਣੋ, ਦੇਖੋ ਇੱਕ ਬੰਦਾ ਨਾ, ਹੁਣ ਤੁਸੀਂ ਦੇਖੋ ਤੂੰ ਮੇਰਾ ਘਰ ਵਾਲਾ ਹੈ ਨਾ, ਮੈਂ ਭਾਜੀ ਬੜੇ ਵਾਰੀ ਇਹ ਚੀਜ਼ ਵੀ ਰੋਕੀ ਵੀ ਤੂੰ ਪੈਸੇ ਨਾ ਚੱਕਿਆ ਕਰ, ਮੈਨੂੰ ਨਹੀਂ ਚੰਗਾ ਲੱਗਦਾ ਹੈ ਨਾ। ਫਿਰ ਭਾਜੀ ਮੇਰੀ ਕਵਾਲੀ ਦੇ ਵਿੱਚ ਕੋਈ ਕਲਾਮ ਦੇ ਵਿੱਚ ਲੋਰ ਲੱਗੀ ਹੋਣੀ ਜਾਂ ਕੁਝ ਵੀ ਹੈ ਨਾ, ਐਦਾਂ ਪੈਸੇ ਅੱਗਿਓਂ ਦੀ ਆ ਕੇ ਚੱਕਣੇ, ਉਹ ਤਾਂ ਫਿਰ ਭਾਜੀ ਜਾਣ ਕੇ ਹੋਇਆ ਨਾ, ਡਿਸਟਰਬੈਂਸ ਹੋਈ, ਤਾਂ ਫਿਰ ਮੈਂ ਕਿੱਦਾਂ ਭਾਜੀ ਇਹ ਚੀਜ਼ ਨੂੰ ਬਰਦਾਸ਼ਤ ਕਰੂੰਗੀ। ਜਿਹੜੇ ਸੁਰ ਮਾਲਕ ਨਾਲ ਲੱਗੇ ਹੋਣੇ ਉਹ ਤੋੜਨ ਦੀ ਕੋਸ਼ਿਸ਼ ਕਰਨੀ। ਹਾਂਜੀ। ਗੱਲ ਕਰੀਏ ਕੀ ਕਾਰਨ ਕੀ ਰਹਿ ਗਿਆ, ਤੁਹਾਡੇ 18 ਜਿਹੜੇ ਡਰਾਈਵਰ ਹੈ ਉਹ ਵੀ ਕੰਮ ਛੱਡ ਕੇ ਚਲੇ ਗਏ। ਉਹਨਾਂ ਵੱਲੋਂ ਆਰੋਪ ਲਗਾਇਆ ਜਾ ਰਿਹਾ ਤੁਹਾਡੇ ਘਰ ਵੱਲੋਂ ਕਿਉਂਕਿ ਤੰਗ ਪਰੇਸ਼ਾਨ ਕਰਦੇ ਸੀ ਤੁਸੀਂ। ਮੈਂ ਤੰਗ ਪਰੇਸ਼ਾਨ ਕਰਦੀ ਸੀ? ਨਹੀਂ, ਤੰਗ ਪਰੇਸ਼ਾਨ ਤਾਂ ਕਿਸੇ ਨੂੰ ਨਹੀਂ ਕੀਤਾ ਮੈਂ ਭਾਜੀ। ਕੋਈ ਦੇਖੋ, ਮੈਂ ਅੱਗੇ ਵੀ ਕਿਹਾ ਮੇਰੇ ਵਰਕਰ ਆ ਸਾਰੇ, ਠੀਕ ਆ। ਮੈਨੂੰ ਜੇ ਕੰਮ ਦੀ ਜ਼ਰੂਰਤ ਪੈਂਦੀ ਆ ਜਾਂ ਮੈਨੂੰ ਕੋਈ ਲੋੜ ਪੈਂਦੀ ਆ ਤੇ ਮੈਂ ਅਗਲੇ ਡਰਾਈਵਰ ਨੂੰ ਲੈ ਕੇ ਜਾਊਂਗੀ ਨਾਲ, ਜਾਂ ਮੇਰਾ ਗਨਮੈਨ ਉਹਨੂੰ ਨਾਲ ਲੈ ਕੇ ਜਾਊਂਗੀ, ਮੈਂ ਇਕੱਲੀ ਤਾਂ ਜਾਣ ਸਕਦੀ ਕਿਤੇ। ਤੇ ਇਹ ਭਾਜੀ ਸਿਰਫ ਤੇ ਸਿਰਫ ਸੋਚ ਸ਼ੱਕ ਦੀ ਸੀਗੀ ਵੀ ਇੱਥੇ ਕੋਈ ਵੀ ਨਾ ਆਵੇ, ਬਸ ਹੋਰ ਕੁਝ ਨਹੀਂ। ਤੁਸੀਂ ਮਾਡਲ ਟਾਊਨ ਜਾਂਦੇ ਸੀਗੇ, ਬਿਊਟੀ ਪਾਰਲਰ ਜਾਂਦੇ ਸੀ, ਆਪਣੀ ਰਿਲੇਟਿਵ ਨੂੰ ਲੈ ਕੇ, ਸਿਸਟਰ ਨੂੰ ਲੈ ਕੇ ਬਿਊਟੀ ਪਾਰਲਰ 'ਚ ਤਿਆਰ ਹੁੰਦੇ ਸੀ, ਮਗਰ ਉਹਨਾਂ ਦਾ ਕਹਿਣਾ ਕਿ ਮੈਂ ਸਿਰਫ ਬਿੱਲ ਦੇਣ ਜੋਗਾ ਹੀ ਰਹਿ ਗਿਆ ਹੁੰਦਾ ਜੀ। ਤੇ ਫਿਰ ਕੀ ਹੋ ਗਿਆ, ਜੇ ਬਿੱਲ ਦੇਣ ਜੋਗਾ ਵੀ ਮੇਰਾ ਹੀ ਸੀ ਬਿੱਲ ਵੀ, ਜੇ ਬਿੱਲ ਦੇਣ ਜੋਗੇ ਸੀਗੇ ਤਾਂ ਉਹ ਵੀ ਬਿੱਲ ਸਾਡਾ ਹੀ ਸੀਗਾ। ਜੇ ਇੱਕ ਹਿਸਾਬ ਜੇ ਲਾ ਲਓ, ਹੁਣ ਦੇਖੋ ਮੈਂ ਸਲੂਨ 'ਚ 80,000 ਬਣਾਉਂਗੀ, ਮੈਂ ਉੱਥੇ ਕੀ ਕਰਾ ਲੈਣਾ 80,000 ਦਾ, ਤੁਸੀਂ ਖੁਦ ਸੋਚੋ। ਮੈਂ ਗੰਜ ਤਾਂ ਮੈਂ ਕਰਵਾਉਣੀ ਨਹੀਂ ਵੀ ਹਾਂ ਮੈਂ ਨਕਲੀ ਚਮੜੀ ਲਵਾਉਣੀ ਸਰੀਰ ਤੇ ਵੀ ਹਾਂ ਉਹਦਾ 80,000 ਰੁਪਇਆ ਦੇਣਾ। ਮੈਂ ਤਾਂ ਕਦੀ ਇੰਨਾ ਪੈਸਾ ਬਣਾਇਆ ਨਹੀਂ, ਮੇਰਾ ਤਾਂ ਬਣਦਾ ਵੀ 4-4 5-5 ਹਜ਼ਾਰ ਸੀ, ਚਲੋ ਉਹਨੇ ਕੁ ਮੇਰੇ ਤੋਂ ਹੁੰਦੇ ਸੀ, ਉਹ ਮੈਂ ਦੇ ਦੇਣੇ। ਪਿਛਲੇ ਸਾਲ ਤੁਹਾਡੇ ਫਾਦਰ ਇਨ ਲਾਅ ਦੀ ਡੈਥ ਹੋਈ ਸੀ, ਉਹਨਾਂ ਦਾ ਆਰੋਪ ਹੈ ਤੁਸੀਂ ਉੱਥੇ ਗਏ ਸੀ, ਉੱਥੇ ਹੰਗਾਮਾ ਕੀਤਾ, ਲੜ ਕੇ ਵਾਪਸ ਆਏ, ਕੀ ਇਹ ਸੱਚ ਹੈ? ਅਗਰ ਨਹੀਂ ਸੱਚ ਹੈ, ਕੀ ਸੱਚਾਈ ਹੈ? ਇੱਦਾਂ ਦਾ ਕੋਈ ਭਾਜੀ ਕੋਈ ਰੌਲਾ ਨਹੀਂ ਇੱਦਾਂ ਦਾ। ਮੇਰਾ ਪਿਓ ਸੀ ਉਹ, ਮੈਂ ਪਹਿਲਾਂ ਵੀ ਕਿਹਾ, ਉਹ ਉੱਪਰ ਬੈਠਾ ਉਹ ਸਭ ਕੁਝ ਸੁਣ ਰਿਹਾ ਨਾ, ਤੇ ਇਹੋ ਜੀ ਕੋਈ ਗੱਲ ਨਹੀਂ ਸੀ। ਮੇਰਾ ਤਾਂ ਉਹਨਾਂ ਨਾਲ ਪਿਆਰ ਹੀ ਬਹੁਤ ਸੀਗਾ, ਇਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਨਾਲ ਮੇਰਾ ਵੱਧ ਪਿਆਰ ਸੀਗਾ, ਤੇ ਮਤਲਬ ਸਾਡਾ ਤਾਂ ਇੱਕ ਦੋਸਤਾਂ ਵਾਂਗੂ ਸੰਬੰਧ ਸੀ ਮੇਰਾ ਔਰ ਮੇਰੇ ਫਾਦਰ ਇਨ ਲਾਅ ਦਾ। ਤੇ ਜਿਸ ਦਿਨ ਮੈਨੂੰ ਪਤਾ ਲੱਗਾ ਵੀ ਆਹ ਗੱਲ, ਮੈਨੂੰ ਇਹਨਾਂ ਦਾ ਫੋਨ ਆਇਆ ਵੀ ਆ ਜਾਓ ਤੁਸੀਂ ਫਟਾਫਟ, ਵੀ ਪਾਪਾ ਦਾ ਇੱਦਾਂ ਬ੍ਰੇਨ ਹੈਮਰੇਜ ਹੋ ਗਿਆ, ਤੇ ਮੈਂ ਘਰ ਸੀਗੀ ਪੇਕਿਆਂ ਦੇ, ਮੈਂ ਉੱਥੋਂ ਗੱਡੀ ਚੱਕੀ, ਮੁੰਡਾ ਮੇਰੇ ਨਾਲ ਆਇਆ, ਮੈਂ ਆ ਗਈ ਘਰ। ਮੈਂ ਆਪਣੀ ਮੰਮੀ ਨੂੰ ਸਾਂਭਿਆ, ਮੇਰੀ ਮਦਰ ਇਨ ਲਾਅ, ਮੈਂ ਉਹਨਾਂ ਨੂੰ ਘਰ ਆ ਕੇ ਜੱਫੀ ਪਾਈ, ਮੈਂ ਕਿਹਾ ਕੁਛ ਨਹੀਂ ਹੁੰਦਾ, ਟੈਨਸ਼ਨ ਨਾ ਲਓ ਵੀ ਸਭ ਠੀਕ ਹੋ ਜਾਣਾ, ਕੋਈ ਨਾ। ਇਹ ਭਾਜੀ ਸਾਡੇ ਮੇਰੇ ਤੋਂ ਪਹਿਲਾਂ ਹੀ ਹਸਪੀਟਲ ਲੈ ਕੇ ਗਏ ਹੋਏ ਸੀਗੇ ਪਾਪਾ ਨੂੰ, ਤੇ ਬਾਕੀ ਜੋ ਅੱਲਾ ਪਾਕ ਨੂੰ ਮਨਜ਼ੂਰ। ਪਰ ਭਾਜੀ ਮੈਂ ਪਾਗਲ ਨਹੀਂ ਐਡੀ, ਉਹਨੂੰ ਗੱਲ ਕਹਿਣ ਲੱਗੇ ਨਹੀਂ ਇੰਨੀ ਸੋਚ ਆਂਦੀ ਪਈ ਆ ਕਿ ਮੈਂ ਇਹ ਕਿਹੜੀ ਗੱਲ ਕਰ ਰਿਹਾ, ਕਿਹੜਾ ਹੰਗਾਮਾ ਕਰੂਗਾ, ਕੋਈ ਮਰੇ ਤੇ ਵੀ ਹੰਗਾਮਾ ਕਰਦਾ ਹੁੰਦਾ। ਮੈਂ ਤਾਂ ਭਾਜੀ ਅੰਦਰਾਂ 'ਚ ਵੜ ਕੇ ਇਬਾਦਤਾਂ ਕੀਤੀਆਂ, ਦੁਆਵਾਂ ਕੀਤੀਆਂ ਵੀ ਨਹੀਂ ਬਾਪੂ ਮੇਰਾ ਬਾਬਾ ਜੀ ਮੇਰਾ ਪਾਪਾ ਬਚ ਜਾਵੇ, ਕੋਈ ਨਾ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਕੱਲ ਕੁਨਾਲ ਤੁਹਾਡੇ ਹਸਬੈਂਡ ਤੁਹਾਡੇ ਘਰ ਆਉਂਦੇ ਆ, ਤੁਹਾਨੂੰ ਸਮਝਾਉਂਦੇ ਆ, ਔਰ ਤੁਹਾਡੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਵੀ ਤੁਹਾਨੂੰ ਸਮਝਾਉਂਦੇ ਆ, ਔਰ ਤੁਸੀਂ ਫਿਰ ਵੀ ਨਹੀਂ ਸਮਝਦੇ ਹੋ, ਔਰ ਹੁਣ ਤੁਸੀਂ ਤਲਾਕ ਦੀ ਗੱਲ ਵੀ ਆਖ ਦਿੰਦੇ ਹੋ, ਕੀ ਕਾਰਨ ਕੀ ਹੈ? ਕੁਛ ਨਹੀਂ ਭਾਜੀ, ਮੈਨੂੰ ਪਹਿਲਾਂ ਤਾਂ ਕੱਲ ਬੜੇ ਰੌਂਗਲੀ ਬੋਲੇ ਫੋਨ ਤੇ ਫਿਰ ਮੈਨੂੰ ਬੜਾ ਡਰਾਇਆ ਧਮਕਾਇਆ ਵੀ ਮੈਂ ਇੱਦਾਂ ਕਰ ਦੂੰਗਾ, ਮੈਂ ਉੱਦਾਂ ਕਰ ਦੂੰਗਾ, ਹਟ ਜਾ, ਇਹ ਚੀਜ਼ ਨਹੀਂ ਚੰਗੀ, ਇਹ ਉਹ ਫਲਾਣਾ ਢਮਕਾਣਾ। ਮੈਂ ਕਿਹਾ ਬਾਈ ਮੈਂ ਤਾਂ ਹੁਣ ਸੋਚ ਲਿਆ, ਬਸ। ਜੇ ਗੱਲ ਕਰੀਏ ਜਿੱਥੇ ਤੁਹਾਡੇ ਸ਼ੋਅ ਲੱਗਦੇ ਸੀ ਉੱਥੇ ਤੁਹਾਡੀ ਸਿਸਟਰ ਹੁੰਦੀ ਸੀ, ਤੁਹਾਡੇ ਫਾਦਰ ਹੁੰਦੇ ਸੀ, ਮਗਰ ਅੱਜ ਨਾ ਤਾਂ ਤੁਹਾਡੇ ਫਾਦਰ ਦਿਖਦੇ ਪਏ ਆ, ਨਾ ਹੀ ਤੁਹਾਡੀ ਸਿਸਟਰ ਦਿਖਦੀ ਪਈ ਹੈ। ਮੈਂ ਭਾਜੀ ਉਹਨਾਂ ਨੂੰ ਆਪ ਹੀ ਸਾਈਡ 'ਤੇ ਕੀਤਾ। ਦੇਖੋ ਵਿਚਾਰੇ ਬਜ਼ੁਰਗ ਬੰਦੇ, ਮੈਂ ਕਿਤੇ ਕਿਤੇ ਲੈ ਕੇ ਤੁਰੀ ਫਿਰਾਂ ਉਹਨਾਂ ਨੂੰ ਨਾ, ਕੋਈ ਨਾ ਫਿਰ ਕੀ ਹੈ। ਜੇ ਸਾਡੇ ਮੰਮੀ ਪਾਪਾ ਨੇ ਸਾਨੂੰ ਇੰਨਾ ਗੁਣ ਬਖਸ਼ਿਆ ਜਾਂ ਕੁਝ ਵੀ ਆ, ਤਾਂ ਦਲੇਰੀ ਵੀ ਬਖਸ਼ੀ ਉਹਨਾਂ ਨੇ। ਅਸੀਂ ਆਪਣੇ ਮੰਮੀ ਪਾਪਾ ਦੇ, ਮੈਂ ਬੱਬਰ ਸ਼ੇਰ ਹਾਂ ਉਹਨਾਂ ਦਾ, ਕੋਈ ਨਾ। ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਆਪਣਾ ਆਰਾਮ ਕਰੋ, ਇਹ ਹਵਾ ਆ, ਇਹ ਚੱਲ ਜਾਣੀ ਹੈ, ਕੋਈ ਚੱਕਰ ਨਹੀਂ, ਮੈਂ ਤੇ ਪਈ ਮੈਂ ਨਿਬੇੜ ਲੈਣੀ ਆਪੇ। ਤੁਸੀਂ ਐਵੇਂ ਆਉਂਗੇ, ਟੈਨਸ਼ਨ ਲਓਗੇ, ਹਾਈਪਰ ਹੋਵੋਗੇ,
ਫਿਰ ਬੜਾ ਕੁਝ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਫੇਸ ਕਰਨਾ ਪੈਂਦਾ। ਫਿਰ ਮੈਂ ਸੋਚਿਆ ਕਿ ਨਹੀਂ ਤੁਸੀਂ ਕਰ ਲਓ, ਕੋਈ ਨਾ। ਇੱਕ ਤੁਸੀਂ ਇਹ ਕਿਹਾ ਕਿ ਮੇਰੇ ਅਕਾਊਂਟ 'ਚੋਂ 20 ਕਰੋੜ ਰੁਪਏ ਦਾ ਜਿਹੜਾ ਹੈ ਤੁਹਾਡੇ ਹਸਬੰਡ ਨੇ ਘਪਲਾ ਕੀਤਾ। ਉਹਨਾਂ ਨਾਲ ਇਹ ਕਹਿਣਾ ਕਿ ਜਿਹੜੇ ਅਕਾਊਂਟ ਤੋਂ ਘਪਲਾ ਕੀਤਾ ਉਹ ਅਕਾਊਂਟ ਤੁਹਾਡੇ ਨਾਂ ਤੇ ਹੈ, ਤੁਹਾਡਾ ਉੱਥੇ ਪੈਨ ਕਾਰਡ ਲੱਗਾ ਹੋਇਆ, ਜੇ ਕੋਈ ਪੇਮੈਂਟ ਕਢਾਉਂਦਾ ਤਾਂ ਤੁਹਾਡਾ ਉਹਦੇ ਤੇ ਮੈਸੇਜ ਤੁਹਾਡੇ ਫੋਨ ਤੇ ਆ ਜਾਂਦਾ। ਕਿਹਾ ਉਹਨਾਂ ਨੇ? ਨਹੀਂ, ਮੈਨੂੰ ਨਹੀਂ ਆਉਂਦਾ ਕੋਈ ਮੈਸੇਜ। ਮਗਰ ਅਗਰ ਜੇ ਤੁਹਾਨੂੰ ਕੋਈ ਮੈਸੇਜ ਨਹੀਂ ਆਉਂਦਾ, ਤੁਹਾਨੂੰ ਪਤਾ ਬੈਂਕ ਕਿੱਥੇ ਹੈ, ਤੁਸੀਂ ਬੈਂਕ ਤੇ ਜਾ ਕੇ ਆਪਣਾ ਟ੍ਰਾਂਜੈਕਸ਼ਨ ਜਿੰਨੀ ਪੇਮੈਂਟ ਹੈ ਉਹ ਤਾਂ ਪਤਾ ਕਰ ਸਕਦੇ ਸੀ ਨਾ। ਨਹੀਂ ਭਾਜੀ, ਕੋਈ ਬੈਂਕ ਦਾ ਵੀ ਨਹੀਂ ਪਤਾ। ਭਾਜੀ ਮੈਨੂੰ ਕਦੀ ਬੈਂਕ ਲਗਾਇਆ ਹੀ ਨਹੀਂ। ਮੈਂ 2-3 ਵਾਰੀ ਪੁੱਛਿਆ, ਉਸ ਚੀਜ਼ ਤੋਂ ਥੋੜਾ ਮਾਈਂਡ ਕੀਤਾ ਉਹਨਾਂ ਨੇ ਤੇ ਮੈਂ ਫਿਰ ਪੁੱਛਣਾ ਬੰਦ ਕਰ ਦਿੱਤਾ। ਮੈਨੂੰ ਅਜੇ ਤੱਕ ਇਹ ਨਹੀਂ ਪਤਾ ਬੈਂਕ ਕਿੱਥੇ ਹੈ ਕਿੱਥੇ ਨਹੀਂ। ਹੁਣ ਲਾਸਟ ਕੁਐਸਚਨ ਹੈ, ਨੂਰਾ ਸਿਸਟਰ ਘਰ ਬਸਾਉਣਾ ਚਾਹੁੰਦੀ ਜਾਂ ਡਿਵੋਰਸ ਚਾਹੁੰਦੀ? ਨਹੀਂ ਭਾਜੀ, ਮੇਰੀ ਲਾਈਫ ਆ ਤੇ ਮੇਰੇ ਭਰਾ ਬਣ ਕੇ ਮੈਨੂੰ ਵੇਖ ਲੈਣ ਦਿਓ। ਕਿਉਂਕਿ ਭਾਜੀ ਦੇਖੋ, ਮੇਰਾ ਮਾਲਕਾਂ ਦਾ ਔਰ ਇੱਕ ਮੇਰਾ, ਉਹਨੂੰ ਤੇ ਮੈਨੂੰ ਪਤਾ ਇਹ ਮੇਰਾ ਡਿਸੀਜਨ ਬਿਲਕੁਲ ਸਹੀ ਆ, ਬਸ ਹੋਰ ਕੁਝ ਨਹੀਂ। ਤੁਸੀਂ ਸੂਫੀ ਗਾਇਕ ਹੋ, ਤੁਹਾਡੇ ਨਾਲ ਹੋਰ ਸੂਫੀ ਕਲਾਕਾਰ ਕੌਣ ਤੁਹਾਡੇ ਹੱਕ ਦੇ ਵਿੱਚ ਆਇਆ, ਕੌਣ ਸਪੋਰਟ ਕਰ ਰਿਹਾ ਹੁਣ? ਸਾਰੇ ਹੀ ਨੇ, ਜਿੰਨੇ ਆਲ ਓਵਰ ਸਭ ਨੇ। ਤੇ ਤੁਹਾਨੂੰ ਪਤਾ ਮੈਂ ਸਭ ਦੀ ਬੱਚੀ ਆ, ਸਭ ਦੀ ਧੀ ਆ ਮੈਂ, ਤੇ ਸਭ ਦਾ ਮੈਂ ਮੁੰਡਾ ਆ, ਤੇ ਮੈਨੂੰ ਪਿਆਰ ਕਰਦੇ ਸਾਰੇ, ਬਸ। ਇਹ ਸੀ ਸੂਫੀ ਗਾਇਕ ਜੋਤੀ ਨੂਰਾ, ਜਿਨ੍ਹਾਂ ਨੇ ਐਸਐਸਪੀ ਦਿਹਾਤੀ ਨੂੰ ਇੱਕ ਲਿਖੀ ਸ਼ਿਕਾਇਤ ਦਿੱਤੀ ਹੈ ਔਰ ਜਿਹੜੀ ਲਿਖਾਈ ਸ਼ਿਕਾਇਤ ਦਿੱਤੀ ਹੈ ਉਹਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਕੈਮਰਾਮੈਨ ਪ੍ਰਭਜੋਤ ਦੇ ਨਾਲ ਵਿਨੈ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।